ਸਤਿ ਸ਼੍ਰੀ ਅਕਾਲ। ਚਲੋ ਪੰਜਾਬੀ ਸਿੱਖੀਏ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਸੁਹਾਗ ਇਕਾਂਗੀ ਪੜ੍ਹ ਰਹੇ ਸੀ। ਸੁਹਾਗ ਇਕਾਂਗੀ ਦੇ ਭਾਗ 2 ਵਿੱਚ ਅਸੀਂ ਦੇਖਦੇ ਹਾਂ, ਪਹਿਲਾਂ ਅਸੀਂ ਕੀ ਪੜ੍ਹਿਆ ਸੀਗਾ, ਉਹਨਾਂ ਦੇ ਮੁੱਖ ਪਾਤਰ ਕਿਹੜੇ ਸੀ। ਇਸ ਇਕਾਂਗੀ ਦੇ ਮੁੱਖ ਪਾਤਰ ਲਾਜੋ, ਮੇਲੋ, ਹੁਸ਼ਿਆਰਚੰਦ, ਕੌਰਾਂ ਅਤੇ ਬਸੰਤੋ ਤੋਂ ਇਲਾਵਾ ਕੁਝ ਹੋਰ ਪਾਤਰ ਸਨ। ਹੁਣ ਤੱਕ ਅਸੀਂ ਕਹਾਣੀ ਵਿੱਚ ਪੜ੍ਹਿਆ ਹੈ ਕਿ ਹੁਸ਼ਿਆਰਚੰਦ ਜਦੋਂ ਬਾਹਰੋਂ ਘਰ ਆਉਂਦਾ ਹੈ ਅਤੇ ਉਹ ਆ ਕੇ ਕੌਰਾਂ ਆਪਣੀ ਪਤਨੀ ਦੇ ਨਾਲ ਗੱਲਾਂ ਕਰਨ ਲੱਗ ਪੈਂਦਾ ਹੈ। ਜਦੋਂ ਕੌਰਾਂ ਮੇਲੋ ਦੇ ਰਿਸ਼ਤੇ ਬਾਰੇ ਹੁਸ਼ਿਆਰਚੰਦ ਨੂੰ ਪੁੱਛਦੀ ਹੈ ਅਤੇ ਹੁਸ਼ਿਆਰਚੰਦ ਉਸ ਨੂੰ ਦੱਸਦਾ ਹੈ ਕਿ ਪਹਿਲੇ ਮੇਲੋ, ਉਹ ਇਸ਼ਾਰਾ ਕਰਦਾ ਹੈ ਕਿ ਮੇਲੋ ਨੂੰ ਘਰੋਂ ਬਾਹਰ ਭੇਜ ਦਈਏ। ਫਿਰ ਉਹ ਕੁਝ ਦੱਸਣਾ ਚਾਹੁੰਦਾ ਹੈ। ਫਿਰ ਉਹ ਮੇਲੋ ਨੂੰ ਆਵਾਜ਼ ਮਾਰਦਾ ਹੈ। ਮੇਲੋ ਜੋ ਕਿ ਫੁਲਕਾਰੀ ਕੱਢ ਰਹੀ ਹੁੰਦੀ ਹੈ, ਮੇਲੋ ਨੂੰ ਕਹਿੰਦਾ ਹੈ ਕਿ ਪੰਡਤਾਣੀ ਨੂੰ ਸੁਨੇਹਾ ਦੇ ਕੇ ਆ। ਮੇਲੋ ਪਹਿਲਾਂ ਤਾਂ ਜਾਣ ਤੋਂ ਮਨਾ ਕਰਦੀ ਹੈ, ਫਿਰ ਆਪਣੀ ਮਾਂ ਕੌਰਾਂ ਦੇ ਕਹਿਣ 'ਤੇ ਵੀ ਮੇਲੋ ਘਰੋਂ ਚਲੇ ਜਾਂਦੀ ਹੈ। ਮੇਲੋ ਦੇ ਘਰ ਤੋਂ ਜਾਣ ਤੋਂ ਬਾਅਦ ਹੁਸ਼ਿਆਰਚੰਦ ਅਤੇ ਕੌਰਾਂ ਆਪਸ ਵਿੱਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਹੁਸ਼ਿਆਰਚੰਦ: ਮੈਂ ਕਹਿਣ ਲੱਗਾ ਸੀ ਪਈ। ਲਾਜੋ ਮੰਜੀ ਤੋਂ ਉਤਰ ਕੇ ਫੁਲਕਾਰੀ ਚੁੱਕ ਲੈਂਦੀ ਹੈ ਅਤੇ ਮਾਂ ਕੋਲ ਆ ਕੇ ਲਾਜੋ ਬੋਲਦੀ ਹੈ, ਮਾਂ ਮੈਂ ਫੁਲਕਾਰੀ ਕੱਢਾਂ, ਮੇਰਾ ਜੀਅ ਕਰਦਾ ਏ। ਕੌਰਾਂ: ਨਾ ਤੂੰ ਖਰਾਬ ਕਰ ਦੇਂਗੀ, ਪਹਿਲੇ ਭੈਣ ਕੋਲੋਂ ਸਿੱਖੀ ਫੇਰ ਕੱਢੀ। ਲਾਜੋ: ਮੈਂ ਪਿੱਛੋਂ ਸਿੱਖ ਲਵਾਂਗੀ, ਹੁਣ ਮੈਨੂੰ ਕੱਢਣ ਦੇ, ਮੇਰਾ ਜੀਅ ਕਰਦਾ ਏ। ਹੁਸ਼ਿਆਰਚੰਦ ਬੋਲਦਾ ਹੈ ਸਿਰ ਮੁੰਨੀ, ਰੌਲਾ ਨਾ ਪਾ, ਸਾਨੂੰ ਗੱਲ ਕਰਨ ਦੇ। ਲਾਜੋ ਪਿਤਾ ਦਾ ਸੁਣ ਕੇ ਰੋਣ ਵਾਲਾ ਮੂੰਹ ਬਣਾ ਲੈਂਦੀ ਹੈ ਅਤੇ ਫਿਰ ਕੀ ਕਹਿੰਦੀ ਹੈ ਲਾਜੋ, ਫਿਰ ਫੁਲਕਾਰੀ ਕੱਢਣ ਦਿਓ ਨਾ। ਕੌਰਾਂ: ਚੱਲ ਝਿੜਕਣਾ, ਅਣਜਾਣੀ ਜੋ ਹੋਈ। ਲਾਜੋ ਨੂੰ ਫੁਲਕਾਰੀ ਦੇ ਦਿੰਦੀ ਹੈ ਅਤੇ ਕੌਰਾਂ ਬੋਲਦੀ ਹੈ, ਲੈ ਮਰ ਖਸਮੜਾ ਖਾਣੀ, ਖਰਾਬ ਨਾ ਕਰੀ। ਲਾਜੋ ਫੁਲਕਾਰੀ ਨੂੰ ਸਿਰ ਉੱਤੇ ਲੈ ਕੇ ਇੱਧਰ ਉੱਧਰ ਆਪਣੇ ਵੱਲ ਵੇਖ ਕੇ ਖੁਸ਼ੀ ਨਾਲ ਟੱਪਦੀ ਹੋਈ, ਆਹਾ ਜੀ ਬੜੀ ਚੰਗੀ ਲੱਗਦੀ ਏ। ਕੌਰਾਂ: ਹੈਂ ਕੀ ਕਰਨੀ ਏ, ਖਰਾਬ ਨਾ ਕਰ। ਲਾਜੋ: ਇਹ ਤਾਂ ਮੈਂ ਲੈਣੀ ਏ, ਮੈਨੂੰ ਬੜੀ ਚੰਗੀ ਲੱਗਦੀ ਏ। ਪੀੜੀ ਉੱਤੇ ਬੈਠ ਜਾਂਦੀ ਹੈ ਅਤੇ ਫੁਲਕਾਰੀ ਦਾ ਇੱਕ ਖੁੰਝਾ ਕੱਢਣ ਲੱਗ ਪੈਂਦੀ ਹੈ। ਫਿਰ ਹੁਸ਼ਿਆਰਚੰਦ ਬੋਲਦਾ ਹੈ, ਹੁਸ਼ਿਆਰਚੰਦ ਮੈਂ ਮੇਲੋ ਨੂੰ ਭੇਜਿਆ ਸੀ ਪਈ ਕੁਝ ਗੱਲਬਾਤ ਕਰ ਲਈਏ, ਸੋਈ ਇਸ ਛੋਕਰੀ ਨੇ ਵਿੱਚ ਰੌਲਾ ਪਾ ਦਿੱਤਾ। ਕੌਰਾਂ: ਚੱਲ ਛੱਡ ਇਹਨੂੰ, ਹੁਣ ਆਪੇ ਚੁੱਪ ਕਰ ਬੈਠੀ ਰਹੇਗੀ। ਹਾਂ ਹੁਣ ਫਿਰ ਦੱਸ ਨਾ ਪਈ ਕੁਵਾਰਾ ਏ ਕਿ ਦਹਾਜੂ। ਕੌਰਾਂ ਫਿਰ ਤੋਂ ਆਪਣੀ ਹੀ ਗੱਲ 'ਤੇ ਆ ਜਾਂਦੀ ਹੈ। ਹੁਸ਼ਿਆਰਚੰਦ ਬੋਲਦਾ ਹੈ, ਤੂੰ ਤਾਂ ਅਣਜਾਣੀਆਂ ਵਾਲੀਆਂ ਗੱਲਾਂ ਕਰਨੀ ਹੈ, ਭਲਾ ਚੰਗੇ ਘਰਾਂ ਦੇ ਮੁੰਡੇ ਕੁਵਾਰੇ ਬੈਠੇ ਰਹਿੰਦੇ ਨੇ। ਕੌਰਾਂ: ਤਾਂ ਫਿਰ ਦਹਾਜੂ ਹੋਇਆ ਨਾ, ਕੋਈ ਬਾਲ ਬੱਚਾ ਵੀ ਏ। ਹੁਸ਼ਿਆਰਚੰਦ: 2 ਮੁੰਡੇ ਤੇ 1 ਕੁੜੀ। ਕੌਰਾਂ: ਇਹ ਤਾਂ ਕੁਝ ਨਾ ਹੋਇਆ, ਲੋਕੀ ਕੀ ਕਹਿਣਗੇ ਭਈ ਸਾਨੂੰ ਕੋਈ ਕੁਵਾਰਾ ਨਹੀਂ ਸੀ ਮਿਲਦਾ ਜੋ ਦਹਾਜੂ ਦੇ ਲੜ ਲਾਈ ਮਤਲਬ ਕਿ ਦਹਾਜੂ ਮੁੰਡੇ ਦੇ ਨਾਲ ਵਿਆਹ ਕਰ ਦਿੱਤਾ। ਹੁਸ਼ਿਆਰਚੰਦ: ਲੋਕਾਂ ਨੂੰ ਕਹਿਣ ਦੇ ਜੋ ਕਹਿੰਦੇ ਨੇ, ਉਹਨਾਂ ਤਾਂ ਕਹਿਣਾ ਹੀ ਏ, ਕਦੀ ਸਾਰੀ ਦੁਨੀਆ ਨੂੰ ਵੀ ਕਿਸੇ ਨੇ ਖੁਸ਼ ਕੀਤਾ ਹੈ। ਕੌਰਾਂ: ਮੈਂ ਇਹ ਕਹਿੰਦੀ ਹਾਂ ਕਿ ਸਾਡੇ ਸਾਕ ਅੰਗ ਕੀ ਕਹਿਣਗੇ, ਸਾਰੇ ਮੈਨੂੰ ਛਿੱਬੀਆਂ ਦੇਣਗੇ, ਅਸੀਂ ਕਿਸੇ ਦੀ ਜ਼ਬਾਨ ਤਾਂ ਨਹੀਂ ਫੜ ਲੈਣੀ, ਘਰ ਘਰ ਗੱਲਾਂ ਹੋਣਗੀਆਂ। ਹੁਸ਼ਿਆਰਚੰਦ: ਤੂੰ ਇਹਨਾਂ ਭਰਮਾਂ ਵਿੱਚ ਪਈ ਰਹਿਣਾ ਏ ਤੇ ਸਾਕ ਹੱਥੋਂ ਨਿਕਲ ਜਾਣਾ ਏ, ਇੱਕ ਵੱਡੇ ਖਾਨਦਾਨ ਨਾਲ ਮੱਥਾ ਲੱਗਣਾ ਏ, ਸਗੋਂ ਸ਼ੁਕਰ ਕਰ, ਉਹਨਾਂ ਨੂੰ ਤਾਂ ਇਸ ਵੇਲੇ 20 ਆਉਂਦੀਆਂ ਨੇ। ਇਸ ਵੇਲੇ 20 ਆਉਂਦੀਆਂ ਦਾ ਮਤਲਬ ਕੀ ਹੈ ਕਿ ਉਹਨਾਂ ਨੂੰ ਇਸ ਵੇਲੇ ਬਹੁਤ ਸਾਰੇ ਸਾਕ, ਬਹੁਤ ਸਾਰੇ ਰਿਸ਼ਤੇ ਮਿਲ ਜਾਣਗੇ। ਫਿਰ ਕੌਰਾਂ ਕਹਿੰਦੀ ਹੈ, ਆਮਦਨ ਕਿੰਨੀ ਕੁ ਸੋ। ਹੁਸ਼ਿਆਰਚੰਦ: ਤੈਨੂੰ ਆਖਿਆ ਜੂਏ ਬੜੇ ਰੱਜੇ ਹੋਏ ਨੇ, ਆਪ ਜ਼ਿਲ੍ਹਾ ਕਚਹਿਰੀ ਵਿੱਚ ਨਾਜ਼ਰ ਸੀ, ਹੋਰ ਘਰ ਦੀਆਂ ਜ਼ਮੀਨਾਂ, ਖੂਹ, ਬਾਗ, ਜਾਇਦਾਦਾਂ, ਹੋਰ ਨਹੀਂ ਤਾਂ ਕੁੜੀ ਕਿਸੇ ਗੱਲੋਂ ਥੁੜੀ ਨਾ ਰਹੂ, ਗਊ ਉੱਥੇ ਛੱਡੀਏ ਜਿੱਥੇ ਘਾਹ ਹੋਵੇ। ਇੰਨਾ ਕਹਿ ਕੇ ਹੁਸ਼ਿਆਰਚੰਦ ਖੜਾ ਹੋ ਜਾਂਦਾ ਹੈ। ਕੌਰਾਂ: ਹਾਂ ਇਹ ਤਾਂ ਠੀਕ ਹੈ, ਪਰ ਲੋਕਾਂ ਦਾ ਮੂੰਹ ਰੱਖਣਾ ਵੀ ਔਖਾ ਹੈ। ਅੱਛਾ ਸਾਡੇ ਕੀ ਵੱਸ, ਸਭ ਸੰਜੋਗਾਂ ਦੇ ਹੱਥ ਏ। ਹੁਸ਼ਿਆਰਚੰਦ: ਕੁੜੀ ਤਾਂ ਸਾਡੀ ਬੜੀ ਭਾਗਾਂ ਵਾਲੀ ਏ, ਇਹਨੇ ਬੜਾ ਸੁੱਖ ਪਾਉਣਾ ਏ। ਕੌਰਾਂ: ਪਰ ਤੂੰ ਜਾਤ ਵੱਲੋਂ ਤਾਂ ਕੁਝ ਦੱਸਿਆ ਹੀ ਨਹੀਂ। ਹੁਸ਼ਿਆਰਚੰਦ: ਤੈਨੂੰ ਜੋ ਦੱਸਿਆ ਏ ਸਭ ਕੁਝ ਠੀਕ ਏ, ਜਾਤਾਂ ਸਾਡੀਆਂ ਮਿਲਦੀਆਂ ਨੇ, ਤੂੰ ਕੋਈ ਤੌਖਲਾ ਨਾ ਕਰ। ਤੌਖਲਾ ਨਾ ਕਰ ਮਤਲਬ ਤੂੰ ਬਹੁਤੀ ਚਿੰਤਾ ਨਾ ਕਰ, ਬਾਕੀ ਤੈਨੂੰ ਮੈਂ ਫੇਰ ਦੱਸਾਂਗਾ, ਹੁਣ ਜਰਾ ਬਾਵੇ ਵੱਲੋਂ ਹੋ ਆਵਾਂ। ਹੁਸ਼ਿਆਰਚੰਦ ਉੱਠ ਕੇ ਚਲਾ ਜਾਂਦਾ ਹੈ। ਕੌਰਾਂ ਆਪਣੇ ਆਪ ਨਾਲ ਹੀ ਗੱਲਾਂ ਕਰਦੀ ਹੈ।
शुकर ਏ ਇਹ ਵੀ ਮੇਰਾ ਫਿਕਰ ਲੱਥਾ, ਕੁੜੀ ਆਪਣੇ ਘਰ ਵਸੂ ਰਸੂ। ਐਵੇਂ ਕਹਿੰਦੇ ਨੇ ਰੱਬ ਥੰਮਾਂ ਵਿੱਚੋਂ ਬੋੜਦਾ ਏ, ਜੇ ਦਿਨ ਆਵਣ ਚੰਗੜੇ ਪੁੱਜੇ ਉੱਗਣ ਮੋਠ। ਰਾਤ ਦਿਨ ਚਿੰਤਾ ਵਿੱਚ ਲੰਘਦਾ ਸੀ ਤੇ ਲੱਭ ਕੇ ਅਸੀਂ ਥੱਕ ਗਏ ਸਾਂ, ਪਰ ਜਦੋਂ ਰੱਬ ਦੀ ਨਜ਼ਰ ਸਵੱਲੀ ਹੋਈ ਤਾਂ ਸਭ ਆਪੇ ਹੀ ਹੋ ਜਾਏਗਾ। ਖੁਸ਼ੀ ਨਾਲ ਗਾਉਂਦੀ ਹੈ ਤੇ ਫਿਰ ਕਤਨਾ ਬੰਦ ਕਰਕੇ ਚਰਖੇ ਨੂੰ ਚੁੱਕ ਕੇ ਕੰਧ ਨਾਲ ਖੜਾ ਕਰ ਦਿੰਦੀ ਹੈ। ਲਾਜੋ ਉੱਠ ਕੇ ਫੁਲਕਾਰੀ ਨੂੰ ਘਸੀਟਦੀ ਹੋਈ ਮਾਂ ਕੋਲ ਲੈ ਜਾਂਦੀ ਹੈ ਤੇ ਆਪਣਾ ਕੱਢਿਆ ਹੋਇਆ ਵਿਖਾਉਂਦੀ ਹੈ। ਲਾਜੋ ਬੋਲਦੀ ਹੈ, ਵੇਖ ਮਾਂ ਮੈਂ ਮੇਲੋ ਕੋਲੋਂ ਵੀ ਚੰਗਾ ਕੱਢਿਆ ਏ, ਹੈ ਨਾ ਬੜਾ ਸੋਹਣਾ। ਕੌਰਾਂ ਖਿੰਝ ਕੇ ਬੋਲਦੀ ਹੈ, ਕੀ ਕੱਢਿਆ ਏ? ਸਿਰ ਖਸਮ ਦਾ। ਆਖਿਆ ਸੀ ਪਈ ਨਾ ਕੱਢ, ਸਾਰਾ ਖਰਾਬ ਕਰ ਦਿੱਤਾ ਈ। ਲਾਜੋ, ਤੈਨੂੰ ਤਾਂ ਵੇਖਣ ਦੀ ਜਾਚ ਨਹੀਂ ਮਾਂ, ਮੈਨੂੰ ਤਾਂ ਬੜਾ ਹੀ ਚੰਗਾ ਲੱਗਦਾ ਏ। ਮੈਂ ਆਪਣੀਆਂ ਗੁੱਡੀਆਂ ਲਈ ਸਾਰੇ ਪਟੋਲੇ ਕੱਢ ਲੈਣੇ ਨੇ, ਜਦੋਂ ਉਹਨਾਂ ਦਾ ਵਿਆਹ ਕਰੂੰ ਤਾਂ ਦਾਜ ਵਿੱਚ ਦਊਂ। ਕੌਰਾਂ ਕਮਲੀ ਜਿਹੀ ਗੁੱਡੀਆਂ ਦੇ ਸਿਰ ਮੁੰਨ ਛੱਡ ਪੜੇ, ਬੈਠ ਕੇ ਲਾਜੋ ਨੂੰ ਗੋਦ ਵਿੱਚ ਲੈ ਲੈਂਦੀ ਹੈ। ਇਸ ਵਿੱਚ ਅਸੀਂ ਕੀ ਦੇਖ ਰਹੇ ਹਾਂ, ਇਸ ਕਾਂਗੀ ਵਿੱਚ, ਕਿ ਕੌਰਾਂ ਹਾਲੇ ਬਹੁਤ ਛੋਟੀ ਲੜਕੀ ਹੈ, ਲੇਕਿਨ ਉਹਦੇ ਮਨ ਵਿੱਚ ਵੀ ਕਿਤੇ ਨਾ ਕਿਤੇ ਜੋ ਘਰ ਵਿੱਚ ਗੱਲਾਂ ਚੱਲਦੀਆਂ ਹਨ ਵਿਆਹ ਦੀਆਂ, ਤੇ ਉਹ ਵੀ ਆਪਣੀਆਂ ਗੁੱਡੀਆਂ ਦੇ ਵਿਆਹ ਦੇ ਬਾਰੇ ਹੀ ਸੋਚਣ ਲੱਗ ਜਾਂਦੀ ਹੈ। ਫਿਰ ਲਾਜੋ ਕੀ ਬੋਲਦੀ ਹੈ, ਮੇਰੀਆਂ ਗੁੱਡੀਆਂ ਨੂੰ ਗਾਲਾਂ ਨਾ ਕੱਢ ਭਲਾ। ਇੰਨੀ ਦੇਰ ਨੂੰ ਬਾਹਰੋਂ ਆਵਾਜ਼ ਆਉਂਦੀ ਹੈ, ਦਰਵਾਜ਼ਾ ਖੜਕਣ ਦੀ ਆਵਾਜ਼। ਬੇਬੇ ਜੀ, ਭਾਜੀ। ਕੌਰਾਂ, ਲਾਜੋ ਵੇਖਾਂ ਕੌਣ ਏ? ਨੈਣ ਜਾਪਦੀ ਏ। ਲਾਜੋ ਦਰਵਾਜ਼ੇ ਕੋਲ ਚਲੀ ਜਾਂਦੀ ਹੈ ਤੇ ਨੈਣ ਨੂੰ ਚਾਦਰ ਤੋਂ ਫੜੀ ਹੋਈ ਅੰਦਰ ਲਿਆਉਂਦੀ ਹੈ। ਲਾਜੋ, ਮਾਂ ਇਹ ਉਹੀ ਓ ਜਿਹੜੀ ਅੱਗੇ ਵੀ ਇੱਕ ਵਾਰੀ ਆਈ ਸੀ। ਕੌਰਾਂ, ਆ ਰਾਣੀ, ਬੜੇ ਚਿਰ ਪਿੱਛੋਂ ਆਈ ਏ, ਕੀ ਗੱਲ ਏ? ਨੈਣ, ਭਲਾ ਬੇਬੇ, ਜਿਨ੍ਹਾਂ ਦਾ ਰੋਜ਼ ਦਿੱਤਾ ਖਾਣਾ ਹੋਇਆ ਉਹਨਾਂ ਦੇ ਨਹੀਂ ਆਉਣਾ ਤਾਂ ਫਿਰ ਜਾਣਾ ਕਿਤਨਾ ਦੇ ਹੋਇਆ? ਇਹ ਪਿੱਛੇ ਜਿਹੀ ਮੈਂ ਭਗਤਾਂ ਦੇ ਸਹੁਰੇ ਗਈ ਹੋਈ ਸਾਂ। ਜ਼ਮੀਨ ਉੱਤੇ ਬੈਠ ਜਾਂਦੀ ਹੈ ਤੇ ਭਾਜੀ ਦਿੰਦੀ ਹੈ। ਕੌਰਾਂ, ਹੈਂ ਭੁੰਜੇ ਕਿਉਂ ਬਹਿਣਾ ਸੀ? ਪੀੜੀ ਦਾ ਸਿਰ ਤੇ ਨਹੀਂ ਦੁਖਦਾ, ਇਹਦੇ ਉੱਤੇ ਬਹੋ। ਭਾਜੀ ਵੱਲ ਇਸ਼ਾਰਾ ਕਰਕੇ, ਕਿਹਨਾਂ ਦਿਓ ਆਈਏ? ਨੈਣ, ਬੇਬੇ ਮੁੰਡਾ ਹੋਇਆ ਹੈ ਨਾ ਭਗਤਾਂ ਦੇ, ਇਹ ਪਿੱਛੇ ਜਿਹੇ ਰੀਤਾਂ ਚੜੀਆਂ ਸੀ ਨਾ, ਉਹਦੀ ਮਾਂ ਨੇ ਇਸ ਗੱਲ ਦੀ ਬੜੀ ਖੁਸ਼ੀ ਕੀਤੀ, ਭਾਜੀ ਵੰਡੀ ਤੇ ਗੌਨ ਬਹਾਇਆ ਏ, ਤੁਹਾਨੂੰ ਵੀ ਨਾਲੇ ਸੱਦਾ ਏ। ਨੈਣ ਕਿਸੇ ਦੇ ਘਰੋਂ ਭਾਜੀ ਲੈ ਕੇ ਆਉਂਦੀ ਹੈ ਤੇ ਉਸ ਦੇ ਬਾਰੇ ਕੌਰਾਂ ਨੂੰ ਦੱਸ ਰਹੀ ਹੁੰਦੀ ਹੈ। ਕੌਰਾਂ, ਕਿਉਂ ਨਾ ਖੁਸ਼ੀਆਂ ਕਰੇ, ਪਲੇਠੀ ਦਾ ਦੋਤਾ ਹੋਇਆ। ਪਲੇਠੀ ਮਤਲਬ ਉਸਦੀ ਸਭ ਤੋਂ ਵੱਡੀ ਲੜਕੀ ਦਾ ਬੇਟਾ ਹੋਇਆ ਹੈ, ਜੋ ਉਹਨਾਂ ਦਾ ਦੋਤਾ ਲੱਗਦਾ ਹੈ। ਬੜੇ ਭਾਗਾਂ ਵਾਲੀ ਏ, ਸੋ ਹੁਣ ਭਗਤਾਂ ਵੀ ਮੁੰਡੇ ਦੀ ਮਾਂ ਬਣ ਗਈ ਏ। ਫਿਰ ਉਸ ਤੋਂ ਬਾਅਦ ਇੱਕ ਨਿੱਕਾ ਜਿਹਾ ਬੇਮਲੂਮਾ ਹੋਕਾ ਲੈ ਕੇ, ਵੇਖਾਂ ਸਾਡੀ ਮੇਲੋ ਦੀ ਹਾਨਾ ਨੇ। ਕੌਰਾਂ ਨੂੰ ਆਪਣੀ ਲੜਕੀ ਦਾ ਯਾਦ ਆ ਜਾਂਦਾ ਹੈ। ਨੈਣ, ਤੇ ਬੇਬੇ ਤੁਸੀਂ ਮੇਲੋ ਦਾ ਵਿਆਹ ਕਿਉਂ ਨਹੀਂ ਕਰਦੇ? ਸੁੱਖ ਨਾਲ ਉਹਦੇ ਨਾਲ ਅੱਜ ਨੂੰ ਅਣਜਾਣਾ ਹੁੰਦਾ। ਮਤਲਬ ਕਿ ਅਗਰ ਤੁਸੀਂ ਮੇਲੋ ਦਾ ਵੀ ਵਿਆਹ ਕਰ ਦਿੱਤਾ ਹੁੰਦਾ ਤੇ ਉਹਦੇ ਵੀ ਅੱਜ ਬੱਚਾ ਹੁੰਦਾ। ਕੌਰਾਂ, ਅਸੀਂ ਤਾਂ ਬੜੀਆਂ ਮੁੱਦਤਾਂ ਦੇ ਢੂੰਡ ਤਲਾਸ਼ ਵਿੱਚ ਲੱਗੇ ਹੋਏ ਸਾਂ, ਪਰ ਕੰਮ ਦਾ ਮੁੰਡਾ ਮਿਲਦਾ ਹੀ ਨਹੀਂ ਸੀ। ਹੁਣ ਮੇਲੋ ਦੇ ਭਾਈਏ ਨੇ ਬੜਾ ਸੋਧ ਕੇ ਮੁੰਡਾ ਲੱਭ ਲਿਆ ਏ, ਜੰਡਪੁਰੇ। ਨੈਣ, ਇਹ ਉਹੀ ਜੰਡਪੁਰਾ ਤਾਂ ਨਹੀਂ ਜਿਹੜਾ ਮੇਰੇ ਪੇਕੇ ਪਿੰਡ ਦੇ ਕੋਲ ਏ? ਕੌਰਾਂ, ਇਹ ਤਾਂ ਮੈਨੂੰ ਪਤਾ ਨਹੀਂ, ਪਰ ਸੁਣਿਆ ਏ ਵੀ ਇੱਧਰ ਕਰਕੇ 19-20 ਕੋਹਾਂ ਤੇ ਹੈ। ਨੈਣ, ਹਾਂ ਠੀਕ ਏ, ਆ ਗਿਆ ਏ ਮੈਨੂੰ ਯਾਦ, ਹੈ ਉੱਥੇ ਇੱਕ ਚੰਗਾ ਘਰ। ਕੌਰਾਂ, ਦੱਸ ਫਿਰ ਉੱਥੋਂ ਦੀ ਕੁਝ ਗੱਲਬਾਤ। ਜਦੋਂ ਨੈਣ ਕਹਿੰਦੀ ਹੈ ਕਿ ਉਹ ਮੇਰੇ ਪੇਕਿਆਂ ਦੇ ਕੋਲ ਹੈ, ਤੇ ਫਿਰ ਕੌਰਾਂ ਨੂੰ ਹੁੰਦਾ ਹੈ ਕਿ ਉਸਦੀ ਕੋਈ ਗੱਲਬਾਤ ਉਹਦੇ ਸਹੁਰੇ ਘਰ ਦੀ, ਮੇਲੋ ਜੋ ਬਣਨ ਵਾਲਾ ਸਹੁਰਾ ਘਰ ਹੈ, ਉਸਦੇ ਬਾਰੇ ਕੁਝ ਉਸਨੂੰ ਹੋਰ ਪਤਾ ਲੱਗ ਜਾਵੇ। ਨੈਣ, ਮੈਨੂੰ ਪੱਕੀ ਤਾਂ ਕੁਝ ਯਾਦ ਨਹੀਂ, ਕਿਉਂ ਜੋ ਮੈਨੂੰ ਉੱਥੇ ਗਿਆ ਬੜਾ ਚਿਰ ਹੋ ਗਿਆ ਏ, ਪਰ ਸੁਣਨ ਵਿੱਚ ਬਥੇਰੀਆਂ ਆਈਆਂ ਨੇ। ਕਹਿੰਦੇ ਨੇ ਬੜੇ ਰੱਜੇ ਹੋਏ ਨੇ ਆਪੋ, ਉਹ ਪੈਨਸ਼ਨ ਪਾਉਂਦਾ ਏ। ਠੀਕ ਹੈ, ਨੈਣ ਨੂੰ ਕੀ ਦੱਸਦੀ ਹੈ ਕਿ ਪੈਨਸ਼ਨ ਪਾਉਂਦਾ ਹੈ। ਦੇਖੋ, ਜਿਸ ਨਾਲ ਮੇਲੋ ਦਾ ਵਿਆਹ ਕੀਤਾ ਜਾ ਰਿਹਾ ਹੈ ਉਹ ਬੰਦਾ ਰਿਟਾਇਰ ਹੋ ਚੁੱਕਿਆ, ਆਪਣੀ ਨੌਕਰੀ ਤੋਂ ਬਾਅਦ ਉਹ ਪੈਨਸ਼ਨ ਲੈ ਰਿਹਾ ਹੈ। ਕੌਰਾਂ, ਪੈਨਸ਼ਨ ਪਾਉਂਦਾ, ਪਰ ਉਹਦੀ ਉਮਰ ਕਿੱਡੀ ਕੁ ਏ? ਨੈਣ, ਠੀਕ ਤਾਂ ਪਤਾ ਨਹੀਂ, ਕਹਿੰਦੇ ਨੇ ਪੁੱਤਰਾਂ ਧੀਆਂ ਵਾਲਾ ਏ। ਕੌਰਾਂ, ਮੇਲੋ ਦੇ ਭਾਈਏ ਵੀ ਇਹ ਗੱਲ ਤਾਂ ਮੈਨੂੰ ਦੱਸੀ ਸੀ, ਡਰਨੇ ਆ ਵੀ ਲੋਕੀ ਕੀ ਕਹਿਣਗੇ। ਰਾਣੀ ਤਦ ਵੀ ਉਮਰ ਵੱਲੋਂ ਕੁਝ ਤਾਂ ਦੱਸ ਮੈਨੂੰ। ਕੌਰਾਂ ਨੂੰ ਹੋਰ ਮਤਲਬ ਹੁੰਦਾ ਹੈ ਕਿ ਮੈਨੂੰ ਉਸਦੇ ਬਾਰੇ ਹੋਰ ਕੁਝ ਵੀ ਪਤਾ ਲੱਗੇ। ਉਸ ਤੋਂ ਬਾਅਦ ਨੈਣ ਕਹਿੰਦੀ ਹੈ, ਕੌਰਾਂ ਰਾਣੀ ਨੂੰ ਪੁੱਛਦੀ ਹੈ ਕਿ ਮੈਨੂੰ ਉਸਦੇ ਬਾਰੇ ਹੋਰ ਕੁਝ ਦੱਸੇ। ਨੈਣ ਉਹਨੂੰ ਕੀ ਕਹਿੰਦੀ ਹੈ, ਉਮਰ ਤਾਂ ਸੁੱਖ ਨਾਲ ਚੌਖੀ ਹੋਣੀ ਏ,
ਮੁੰਡੇ ਨੌਕਰ ਨੇ ਤੇ ਪਿਛਲੇ ਵੜੇ ਧੀ ਦਾ ਵਿਆਹ ਵੀ ਕੀਤਾ ਸੋ। ਠੀਕ ਹੈ, ਕਿ ਉਸਨੇ ਆਪਣੇ ਪਿਛਲੇ ਹੀ ਸਾਲ ਉਹਨੇ ਆਪਣੀ ਧੀ ਦਾ ਵਿਆਹ ਵੀ ਕਰ ਦਿੱਤਾ ਹੈ, ਜਿਸ ਦੇ ਨਾਲ ਮੇਲੋ ਦਾ ਵਿਆਹ ਹੋਣ ਜਾ ਰਿਹਾ ਹੈ ਤੇ ਉਸਦੇ ਜੋ ਲੜਕੇ ਨੇ ਉਹ ਨੌਕਰੀਆਂ ਕਰਦੇ ਨੇ। ਕੌਰਾਂ, ਹੈ ਸ਼ੁਕਰ ਏ ਕਿਤੇ ਸ਼ਗਨ ਨਹੀਂ ਘੱਲ ਬੈਠੇ, ਮੇਲੋ ਦੇ ਭਾਈਏ ਤਾਂ ਮੈਨੂੰ ਇਹ ਸਭ ਕੁਝ ਦੱਸਿਆ ਹੀ ਨਹੀਂ। ਨੈਣ, ਪਰ ਉਂਝ ਜਾਇਦਾਦ ਵਾਲਾ ਬੜਾ ਏ। ਕੌਰਾਂ, ਅੱਗ ਲਾ ਇਹੋ ਜਿਹੀ ਜਾਇਦਾਦ ਨੂੰ, ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਏਡੀ ਵਡੇਰੀ ਉਮਰ ਉੱਤੇ ਹੁਣ ਇਹ ਵਿਆਹ ਕਿਉਂ ਕਰਦਾ ਏ। ਉਹ ਤਾਂ ਅੱਗੇ ਪੁੱਤਰਾਂ ਧੀਆਂ ਵਾਲਾ ਏ। ਨੈਣ, ਬੇਬੇ ਗੱਲ ਹੋਰ ਏ, ਹੁਣ ਤੇਰੇ ਕੋਲੋਂ ਕੀ ਲੁਕਾ ਏ। ਜਦੋਂ ਪਿਛਲੀ ਵਾਰੀ ਮੈਂ ਪੇਕੇ ਗਈ ਸਾਂ ਤੇ ਆਪਣੇ ਲਾਲੇ ਦੀ ਜ਼ੁਬਾਨੀ ਸੁਣਿਆ ਸੀ, ਉਹ ਉੱਥੇ ਆਉਂਦਾ ਜਾਂਦਾ ਰਹਿੰਦਾ ਏ। ਪਿੰਡ ਲਾਗੇ ਜੋ ਹੋਇਆ, ਆਖਦੇ ਨੇ ਕਿਤੇ ਪਿਓ ਪੁੱਤਰਾਂ ਵਿੱਚ ਬੋਲ ਬੁਲਾਰਾ ਹੋ ਗਿਆ ਤੇ ਵੱਡੇ ਪੁੱਤਰ ਨੇ ਬੋਲੀ ਮਾਰੀ ਵੀ ਚੰਗਾ ਹੁਣ ਹੋਰ ਕਿਹੜਾ ਜਾਇਦਾਦ ਵੰਡਾਉਣ ਵਾਲਾ ਜੰਮ ਪੈਣਾ ਏ। ਪਿਓ ਨੂੰ ਇਸ ਗੱਲੋਂ ਗੱਚ ਚੜਿਆ, ਗੱਚ ਮਤਲਬ ਗੁੱਸਾ ਚੜਿਆ, ਤੇ ਹੁਣ ਉਹ ਜਿੱਦੇ ਚੜ ਕੇ ਵਿਆਹ ਕਰਵਾਉਣ ਲੱਗਾ ਏ ਵੀ ਛੇਤੀ ਨਾਲ ਸਾਰੀ ਤੇ ਨਾ ਸਾਂਭ ਲੈਣਗੇ। ਇਹ ਤਾਂ ਸਾਰੀ ਗੱਲ ਜਿੱਦ ਦੀ ਏ। ਦੇਖੋ ਇਹਦੇ ਵਿੱਚ ਕੀ ਹੈ ਕਿ ਉਹਨਾਂ ਦੇ ਪੁੱਤਰ ਨੇ ਹੀ ਉਸਨੂੰ ਕੋਈ ਮਤਲਬ ਇੱਦਾਂ ਕਹਿ ਦਿੱਤਾ ਕਿ ਹੁਣ ਕਿਹੜਾ ਕਿਸੇ ਨੇ ਜਾਇਦਾਦ ਵੰਡਾਉਣ ਆਉਣਾ ਹੈ, ਤੇ ਪਿਓ ਨੂੰ ਜੋ ਬਜ਼ੁਰਗ ਹੈ ਉਸਨੂੰ ਇੰਨਾ ਗੁੱਸਾ ਆ ਗਿਆ ਕਿ ਉਹ ਆਪਣਾ ਹੀ ਵਿਆਹ ਕਰਵਾਉਣਾ ਦੀ ਗੱਲ ਕਰਨਾ ਉਸਨੇ ਸ਼ੁਰੂ ਕਰ ਦਿੱਤੀ। ਕੌਰਾਂ, ਉਂਗਲ ਮੂੰਹ ਵਿੱਚ ਪਾ ਕੇ ਤੇ ਸਿਰ ਹਿਲਾ ਕੇ, ਹਾਏ ਹਾਏ ਬੁੱਢੇ ਬੜੇ ਮੱਤ ਮਾਰੀ ਪਈ ਏ, ਧੌਲਾ ਝਾਟਾ ਤੇ ਆਟਾ ਖਰਾਬ। ਪਰ ਰਾਣੀ ਇਹ ਗੱਲ ਹੈ ਸੱਚੀ। ਕੌਰਾਂ ਨੂੰ ਹਲੇ ਵੀ ਯਕੀਨ ਨਹੀਂ ਹੋ ਰਿਹਾ ਹੁੰਦਾ। ਨੈਣ, ਬੇਬੇ ਕੀ ਕਹਾਂ, ਸੱਚੇ ਕੀ ਝੂਠ, ਸੁਣਨੇ ਨੂੰ ਇਸੇ ਤਰ੍ਹਾਂ ਆਈ ਏ। ਕੌਰਾਂ, ਠੀਕ ਹੋਣਾ ਏ, ਖਲਕਤ ਐਵੇਂ ਨਹੀਂ ਉੱਠਦੀ। ਖਲਕਤ ਮਤਲਬ ਜਦੋਂ ਵੀ ਕੋਈ ਗੱਲ ਬਾਹਰ ਨਿਕਲਦੀ ਹੈ, ਬਦਨਾਮੀ ਜਾਂ ਕੋਈ ਵੀ ਗੱਲ, ਤਾਂ ਕੋਈ ਵੀ ਐਵੇਂ ਗੱਲ ਨਹੀਂ ਕਰਦਾ, ਉਹਦੇ ਵਿੱਚ ਕੁਛ ਤਾਂ ਗੱਲ ਹੁੰਦੀ ਹੈ, ਚਾਹੇ ਉਹ ਗੱਲ ਬਾਅਦ ਵਿੱਚ ਬਹੁਤ ਵੱਡੀ ਬਣ ਕੇ ਕਿਸੇ ਸਾਹਮਣੇ ਆਉਂਦੀ ਹੈ, ਲੇਕਿਨ ਗੱਲ ਦਾ ਕੁਛ ਮੁੱਢ ਤਾਂ ਹੁੰਦਾ ਹੀ ਹੈ। ਨੈਣ, ਬੇਬੇ ਸਭ ਕੁਝ ਸੰਜੋਗਾਂ ਦੇ ਵਾਸਤੇ, ਬੰਦਾ ਕੀ ਕਰ ਸਕਦਾ ਏ। ਅੱਛਾ ਮੈਂ ਹੁਣ ਚੱਲਣੀ ਆ, ਅਜੇ ਮੈਂ ਬਹੁਤੀ ਘੜੀ ਜਾਣਾ ਏ। ਕੌਰਾਂ, ਹਾਏ ਜਾਨ ਬੜੀ ਦੁੱਖ ਦੇ ਮੂੰਹ ਆਈ ਏ। ਕੌਰਾਂ ਤਾਂ ਟੈਨਸ਼ਨ ਵਿੱਚ ਆ ਜਾਂਦੀ ਹੈ ਸੁਣ ਕੇ। ਨੈਣ, ਨਹੀਂ ਬੇਬੇ ਐਡੀ ਘਾਬਰਨ ਦੀ ਲੋੜ ਨਹੀਂ ਹੈ, ਵਰ ਹੋਰ ਬਥੇਰੇ, ਕੁੜੀਆਂ ਵੀ ਕਦੇ ਕੁਵਾਰੀਆਂ ਰਹੀਆਂ ਨੇ। ਤੁਰਨ ਲਈ ਉੱਠ ਪੈਂਦੀ ਹੈ। ਕੌਰਾਂ ਉੱਠ ਕੇ ਤੇ ਨੈਣ ਦੇ ਕੋਲ ਜਾ ਕੇ, ਵੇਖੇ ਨਾ ਰਾਣੀ, ਸਾਡੇ ਤੁਹਾਡੇ ਲੋਕਾਂ ਦੇ ਪਰਦੇ ਇੱਕ ਹੁੰਦੇ ਨੇ, ਵੇਖੀ ਅੱਗੋਂ ਨਾ ਗੱਲ ਕਰੀ, ਕਿਤੇ ਨਹੀਂ ਤਾਂ ਸਾਰੇ ਉੱਡ ਜਾਏਗੀ। ਠੀਕ ਹੈ, ਉਹਨੂੰ ਕਹਿੰਦੀ ਕਿ ਕਿਤੇ ਅੱਗੇ ਜਾ ਕੇ ਗੱਲ ਨਾ ਕਰਦੀ, ਨਹੀਂ ਤੇ ਸਾਰੇ ਪਿੰਡ ਵਿੱਚ ਫੈਲ ਜਾਏਗੀ। ਤੇ ਇੱਜ਼ਤ ਲੱਥੀ ਤੇ ਹਜ਼ਾਰਾਂ ਹੱਥੀ ਨਹੀਂ ਆਉਂਦੀ, ਤੇ ਜਦੋਂ ਕਿਸੇ ਦੀ ਇੱਕ ਵਾਰੀ ਬੇਇੱਜ਼ਤੀ ਹੋ ਜਾਂਦੀ ਹੈ, ਅਸੀਂ ਜਿਸ ਦੀ ਇੱਜ਼ਤ ਬਦਨਾਮ ਹੋ ਜਾਂਦੀ ਹੈ, ਉਹ ਕਦੇ ਵੀ ਉਸਨੂੰ ਬਦਨਾਮੀ ਆਪਣੀ ਇੱਜ਼ਤ ਜੋ ਹੈ ਉਹ ਵਾਪਸ ਬਚਾ ਨਹੀਂ ਸਕਦਾ। ਨੈਣ, ਕਿਉਂਕਿ ਉਹ ਕਿੰਨੇ ਕੁ ਦੇ ਮੂੰਹੋਂ ਜਾ ਕੇ ਸੱਚਾਈ ਬਿਆਨ ਕਰੇਗਾ। ਫਿਰ ਨੈਣ ਕੀ ਕਹਿੰਦੀ ਹੈ, ਨਹੀਂ ਬੇਬੇ ਤੂੰ ਤਸੱਲੀ ਰੱਖ, ਅਸੀਂ ਇੱਕੋ ਜਿਹੇ ਲੋਕੀ ਨਹੀਂ, ਅਸੀਂ ਇਹੋ ਜਿਹੇ ਲੋਕੀ ਨਹੀਂ, ਸਾਨੂੰ ਸਾਰਿਆਂ ਦੀਆਂ ਗੱਲਾਂ ਦਾ ਪਤਾ ਏ, ਜੇ ਏਦਾਂ ਅਸੀਂ ਦੱਸਦੇ ਫਿਰੀਏ ਤਾਂ ਗੁਜ਼ਾਰਾ ਕਿੱਦਾਂ ਚੱਲੇ। ਕੌਰਾਂ, ਅੱਛਾ ਰਾਣੀ ਚੇਤਾ ਰੱਖੀ, ਭੁੱਲੀ ਨਾ। ਕੌਰਾਂ ਬਹੁਤ ਟੈਨਸ਼ਨ ਵਿੱਚ ਆ ਜਾਂਦੀ ਹੈ। ਨੈਣ, ਤੂੰ ਜਰਾ ਵੀ ਤੌਖਲਾ ਨਾ ਕਰ, ਤੂੰ ਕੋਈ ਚਿੰਤਾ ਨਾ ਕਰ। ਉਸ ਤੋਂ ਬਾਅਦ ਨੈਣ ਚਲੀ ਜਾਂਦੀ ਹੈ। ਕੌਰਾਂ, ਵੇਖੋ ਕੋਈ ਕਰਮਾਂ ਦੀ ਗੱਲ ਜੇ, ਜਿਹੜਾ ਢੋ ਬਣਾਉਂਦੇ ਆ ਉਹਦੇ ਵਿੱਚ ਕੋਈ ਨਾ ਕੋਈ ਵਿਘਨ ਪੈ ਜਾਂਦਾ ਹੈ। ਬੜੇ ਵਕਤਾਂ ਨਾਲ ਕੁਝ ਸਬੱਬ ਬਣਿਆ ਸੀ, ਸੋ ਇਹਦੇ ਤੇ ਵੀ ਖੱਟਾ ਹੋ ਗਿਆ, ਸਗੋਂ ਉਲਟੀ ਚਿੰਤਾ ਚੰਬੜ ਗਈ ਏ ਵੀ ਜੇ ਨੈਣ ਨੇ ਕਿਤੇ ਗੱਲ ਅੱਗੇ ਕਰ ਦਿੱਤੀ ਤਾਂ ਸਾਰੇ ਉੱਡ ਜਾਊ, ਘਰੋਂ ਖਾਲੀ ਨਹੀਂ ਸੀ ਜਾਣ ਦੇਣਾ ਚਾਹੀਦਾ। ਅੱਛਾ ਹੁਣ ਜਾ ਕੇ ਕੁਝ ਦੇ ਆਉਣੀ ਹੈ। ਕੌਰਾਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਹੀ ਹੁੰਦੀ ਹੈ। ਫਿਰ ਉਹ ਅੰਦਰ ਜਾਂਦੀ ਹੈ, ਸੰਦੂਕ ਖੋਲ ਕੇ ਉਹਦੇ ਵਿੱਚੋਂ ਇੱਕ ਚੁੰਨੀ ਕੱਢਦੀ ਹੈ ਤੇ ਥੋੜੇ ਜਿਹੇ ਚੌਲ ਉਹਦੇ ਲੜ ਬੰਨ ਲੈਂਦੀ ਹੈ। ਲਾਜੋ ਤੂੰ ਇੱਥੇ ਰਹੋ, ਜਦੋਂ ਤੇਰਾ ਭਾਈਆ ਆਵੇ ਤਾਂ ਉਹਨੂੰ ਕਹੀਂ ਵੀ ਮੈਂ ਹੁਣੇ ਹੀ ਆਉਣੀ ਆ। ਲਾਜੋ, ਨਾ ਮੈਂ ਵੀ ਨਾਲ ਚੱਲੂ, ਮੈਂ ਇਕੱਲੀ ਨਹੀਂ ਪਹਿਣਾ ਇੱਥੇ। ਕੌਰਾਂ, ਮੈਂ ਆਈ ਕਿ ਆਈ, ਤੂੰ ਬੈਠ ਇੱਥੇ, ਚੱਲ ਉੱਥੋਂ ਚੀਜੀ ਲੈ ਕੇ ਆਊਂ ਤੇਰੇ ਨਾਲੇ ਤੂੰ ਗੁੱਡੀਆਂ ਨਾਲ ਖੇਡੇਂ। ਲਾਜੋ ਚੀਜੀ ਵੱਲੋਂ ਖੁਸ਼ ਹੋ ਜਾਂਦੀ ਹੈ। ਅੱਛਾ ਛੇਤੀ ਆਵੀਂ, ਆਪਣੀਆਂ ਗੁੱਡੀਆਂ ਵੱਲ ਦੌੜ ਕੇ ਚਲੇ ਜਾਂਦੀ ਹੈ ਤੇ ਕੌਰਾਂ ਬਾਹਰ ਚਲੇ ਜਾਂਦੀ ਹੈ। ਲਾਜੋ, ਆਹਾ ਜੀ ਅਸੀਂ ਗੁੱਡੀਆਂ ਨੂੰ ਨਵੇਂ ਕੱਪੜੇ ਪਾਵਾਂਗੇ। ਗੁੱਡੀਆਂ ਨੂੰ ਪੱਛੀ ਵਿੱਚੋਂ ਕੱਢਦੀ ਹੈ। ਬਹਿ ਜਾ। ਫਿਰ ਕੀ ਹੁੰਦਾ ਹੈ, ਗੁੱਡੀ ਫਿਰ ਤੋਂ ਡਿੱਗ ਪੈਂਦੀ ਹੈ। ਕਿਉਂ ਨਹੀਂ, ਰੁੱਸ ਗਈ ਏ? ਬਹਿ ਜਾ, ਮੈਂ ਤੈਨੂੰ ਚੀਜੀ ਦੇਵਾਂਗੀ।
ठीक है। लाजो अपनियां गुड्डियां नाल गल्लां कर रही हुंदी है। नी अजे भी रुसी पई है, जा फिर सीधा कहो कि नींदर आई है। लाडो गुड्डियां दे नाल गल्लां करदी रहिंदी है। फिर गुड्डी नूं जिस नूं कहंदी है कि नींदर आई है, उसनूं जमीन ते लटा के थापड़दी है। चंगा सो जा भला। एक होर गुड्डी नूं कढ के बिठाउंदी है, वो भी डिग पैंदी है। नी तूं भी रुस गई है। चंगा मैं तेरा विआह कर दिन्नी आ। दो होर गुड्डियां कढ के, एक वड्डी है ते एक छोटी है। दोहां नूं चंगी तरह वेख के उन्हां नूं पुछदी है, ਇਹਦੇ ਨਾਲ कि ਇਹਦੇ ਨਾਲ? ਇਹਦੇ ਨਾਲ। ਦੋਹਾਂ ਨੂੰ ਜ਼ਮੀਨ ਤੇ ਬਿਠਾ ਕੇ, ਓਹੋ ਇਹ ਨਿੱਕੀ ਏ, ਉਹਦੇ ਨਾਲ ਸਹੀ, ਉਹ ਵੱਡੀ ਏ। ਗੁੱਡੀਆਂ ਨੂੰ ਬਦਲਦੀ ਰਹਿੰਦੀ ਹੈ ਤੇ ਉਹਨਾਂ ਦੇ ਨਾਲ ਆਪਸ ਵਿੱਚ ਖੇਡਦੀ ਰਹਿੰਦੀ ਹੈ। ਗੁੱਡੀਆਂ ਨਾਲ ਗੱਲਾਂ ਕਰ ਰਹੀ ਹੁੰਦੀ ਹੈ। ਹੁਸ਼ਿਆਰਚੰਦ ਬਾਹਰੋਂ ਆਉਂਦਾ ਹੈ। ਹੁਸ਼ਿਆਰਚੰਦ, ਮੁੰਨੀ ਮਾਂ ਕਿੱਥੇ? ਲਾਜੋ ਹੈਰਾਨ ਹੋ ਕੇ ਸਿਰ ਚੁੱਕ ਕੇ ਪਿਓ ਵੱਲ ਵੇਖਦੀ ਹੈ। ਕਹਿੰਦੀ ਸੀ ਹੁਣੇ ਆਉਣੀ ਆ। ਠੀਕ ਹੈ, ਹੁਸ਼ਿਆਰਚੰਦ ਨੂੰ ਪੁੱਛਦਾ ਹੈ, ਉਹ ਕਹਿੰਦੀ ਹੁਣੇ ਆਉਣੀ ਆ। ਹੁਸ਼ਿਆਰਚੰਦ, ਮੈਂ ਪੁੱਛਣਾ ਉਹ ਹੈ ਕਿੱਥੇ? ਲਾਜੋ, ਉਹ ਕਹਿੰਦੀ ਸੀ ਮੈਂ ਛੇਤੀ ਆਵਾਂਗੀ। ਭਾਈ ਆਵੇ ਤਾਂ ਉਹਨੂੰ ਕਹਿ ਦੇਈ ਮੈਂ ਛੇਤੀ ਆਵਾਂਗੀ। ਹੁਸ਼ਿਆਰਚੰਦ, ਕਿਹੜੀ ਕਮਲੀ ਆ, ਜਾ ਸੱਦ ਲਿਆ ਉਹਨੂੰ, ਕਹੋ ਛੇਤੀ ਆਵੇ। ਲਾਜੋ, ਠਹਿਰ ਜਾ, ਮੈਂ ਗੁੱਡੀਆਂ ਰੱਖ ਕੇ ਜਾਊਂ। ਹੁਸ਼ਿਆਰਚੰਦ, ਭੱਜ ਕੇ ਜਾ ਛੇਤੀ। ਲਾਜੋ ਦੌੜ ਜਾਂਦੀ ਹੈ ਔਰ ਬੋਲਦੀ ਜਾਂਦੀ ਹੈ, ਬੇਬੇ। ਹੁਸ਼ਿਆਰਚੰਦ, ਜਦੋਂ ਵੇਖੋ ਉਦੋਂ ਬਾਹਰ। ਪਤਾ ਨਹੀਂ ਬੁੱਢੀਆਂ ਦੇ ਘਰ ਪੈਰ ਕਿਉਂ ਨਹੀਂ ਲੱਗਦੇ। ਲਾਜੋ ਤੇ ਫਿਰ ਲਾਜੋ ਜੋ ਹੈ ਦੌੜੀ ਹੋਈ ਜਾਂਦੀ ਹੈ ਗਲੀ ਵਿੱਚ ਆਪਣੀ ਬੇਬੇ ਨੂੰ ਬੁਲਾਉਣ ਲਈ, ਆਵਾਜ਼ਾਂ ਲਗਾਉਂਦੀ। ਉਸ ਤੋਂ ਬਾਅਦ ਲਾਜੋ ਤੇ ਕੌਰਾਂ ਦੋਨੋਂ ਇਕੱਠੇ ਆਉਂਦੇ ਹਨ। ਇਸ ਤੋਂ ਭਾਗ 3 ਵਿੱਚ ਅਸੀਂ ਅਗਲੀ ਕਹਾਣੀ ਇਕਾਂਗੀ ਦਾ ਜੋ ਅਗਲਾ ਭਾਗ ਸਾਡਾ ਰਹਿ ਗਿਆ ਉਹ ਕੰਪਲੀਟ ਕਰਾਂਗੇ। ਧੰਨਵਾਦ ਜੀ।